ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਬੁਲਟਨ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ। PEI ਨੇ ਜੂਨ ਦੇ ਇਮੀਗ੍ਰੇਸ਼ਨ ਡਰਾ ਦੇ ਵੇਰਵੇ ਕੀਤੇ ਜਾਰੀ। 130 ਤੋਂ ਵੱਧ ਯੋਗ ਉਮੀਦਵਾਰਾਂ ਨੂੰ ਭੇਜੇ ਸੱਦੇ ਪੱਤਰ। ਅੱਜ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ। PM ਮੋਦੀ ਨੇ ਕੀਤਾ ਯੋਗਾ, ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ। ਵਿਜੇ ਸਿੰਗਲਾ ਨੂੰ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ। ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਸਾਫ਼ ਇਨਕਾਰ। ਭ੍ਰਿਸ਼ਟਾਚਾਰ ਮਾਮਲੇ 'ਚ ਕੀਤਾ ਸੀ ਗ੍ਰਿਫਤਾਰ। ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ। ਮਹਾਰਾਜਾ ਰਣਜੀਤ ਸਿੰਘ ਦੀ ਮਨਾਉਣ ਜਾ ਰਹੇ ਨੇ ਬਰਸੀ। ਸ਼ਰਧਾਲੂਆਂ 'ਚ ਦਿਖਿਆ ਭਾਰੀ ਉਤਸ਼ਾਹ। ਹੁਣ ਖਬਰਾਂ ਵਿਸਥਾਰ ਨਾਲ। ਗੱਲ ਕਰਾਂਗੇ ਕੈਨੇਡਾ ਦੀ। ਕੈਨੇਡਾ ਦੇ PEI ਦੇ ਜੂਨ ਦੇ ਇਮੀਗ੍ਰੇਸ਼ਨ ਡਰਾ ਦੇ ਵੇਰਵੇ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ 130 ਤੋਂ ਵੱਧ ਯੋਗ ਉਮੀਦਵਾਰਾਂ ਨੂੰ ਸੱਦੇ ਪੱਤਰ ਜਾਰੀ ਕੀਤੇ ਗਏ ਨੇ। ਦੱਸ ਦਈਏ ਕਿ PEI ਨੇ ਜੂਨ ਦੇ ਇਮੀਗ੍ਰੇਸ਼ਨ ਡਰਾ ਦੇ ਵੇਰਵੇ ਜਾਰੀ ਕੀਤੇ ਨੇ। ਸੂਬੇ ਨੇ 130 ਤੋਂ ਵੱਧ ਯੋਗ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤੇ ਨੇ। ਕੁੱਲ 127 ਸੱਦੇ ਲੇਬਰ ਅਤੇ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਅਧੀਨ ਸਨ। PEI ਦੇ ਕਾਰੋਬਾਰੀ ਪ੍ਰਭਾਵ ਅਤੇ ਵਰਕ ਪਰਮਿਟ ਸਟ੍ਰੀਮ ਦੇ ਤਹਿਤ ਘੱਟੋ ਘੱਟ 65 ਪੁਆਇੰਟ ਥ੍ਰੈਸ਼ਹੋਲਡ ਦੇ ਨਾਲ 9 ਸੱਦੇ ਜਾਰੀ ਕੀਤੇ ਗਏ ਸਨ। ਇਸ ਡਰਾ ਲਈ ਸੱਦਿਆਂ ਦੀ ਕੁੱਲ ਸੰਖਿਆ 20 ਮਈ ਨੂੰ ਸਭ ਤੋਂ ਤਾਜ਼ਾ ਡਰਾ ਤੋਂ ਘੱਟ ਹੈ, ਜਦੋਂ 153 ਸੱਦੇ ਜਾਰੀ ਕੀਤੇ ਗਏ ਸਨ। PEI ਆਪਣੇ ਸੂਬਾਈ ਨਾਮਜ਼ਦਗੀ ਡਰਾ ਨੂੰ 1 ਸਾਲ ਪਹਿਲਾਂ ਤੈਅ ਕਰਦਾ ਅਤੇ ਡਰਾ ਆਮ ਤੌਰ ਤੇ ਹਰ ਮਹੀਨੇ ਇੱਕ ਵਾਰ ਹੁੰਦੇ ਨੇ। ਜੁਲਾਈ 2021 ਤੋਂ PEI PNP ਦੇ ਤਹਿਤ 1174 ਸੱਦੇ ਜਾਰੀ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ 826 2022 ਦੇ ਵਿੱਚ ਜਾਰੀ ਕੀਤੇ ਗਏ ਹਨ। ਕੈਨੇਡੀਅਨ ਪ੍ਰਾਂਤ ਅਤੇ ਪ੍ਰਦੇਸ਼ ਆਪਣੇ ਖੁਦ ਦੇ PNP ਚਲਾਉਂਦੇ ਨੇ। ਹਾਲਾਂਕਿ ਸੂਬਾਈ ਨਾਮਜ਼ਦਗੀ ਸਥਾਈ ਨਿਵਾਸ ਤੋਂ ਵੱਖਰੀ ਹੈ, ਪਰ ਇਹ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਤੋਂ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਕਾਫੀ ਵਧਾ ਸਕਦੀ ਹੈ। ਕੈਨੇਡਾ ਦੇ ਵਿੱਚ 80 ਤੋਂ ਵੱਧ PNP ਧਾਰਾਵਾਂ ਨੇ, ਜਿਨ੍ਹਾਂ ਰਾਹੀਂ ਸੰਭਾਵੀ ਉਮੀਦਵਾਰ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ। ਇਹ ਸਿੱਧੇ ਪ੍ਰਾਂਤ ਨੂੰ ਅਰਜ਼ੀ ਦੇ ਕੇ ਜਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੁਆਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਪ੍ਰੋਫਾਈਲਾਂ ਵਾਲੇ ਉਮੀਦਵਾਰ ਸੂਬਾਈ ਨਾਮਜ਼ਦਗੀ ਪ੍ਰਾਪਤ ਕਰ ਸਕਦੇ ਨੇ ਅਤੇ ਉਹਨਾਂ ਦੇ ਵਿਆਪਕ ਦਰਜਾਬੰਦੀ ਸਿਸਟਮ ਸਕੋਰ ਦੇ ਵਿੱਚ 600 ਅੰਕ ਪ੍ਰਾਪਤ ਕਰ ਸਕਦੇ ਨੇ। ਇਹ ਅਸਲ ਦੇ ਵਿੱਚ ਗਰੰਟੀ ਦਿੰਦਾ ਹੈ ਕਿ ਉਮੀਦਵਾਰ ਨੂੰ IRCC ਨੂੰ ਅਪਲਾਈ ਕਰਨ ਦਾ ਸੱਦਾ ਪ੍ਰਾਪਤ ਹੋਵੇਗਾ। ਜਿਹੜੇ ਉਮੀਦਵਾਰ PEI ਐਕਸਪ੍ਰੈਸ ਐਂਟਰੀ ਸ਼੍ਰੇਣੀ ਦੇ ਅਧੀਨ ਸੂਬਾਈ ਨਾਮਜ਼ਦਗੀ ਲਈ ਅਰਜ਼ੀ ਦੇਣਾ ਚਾਹੁੰਦੇ ਨੇ, ਉਹਨਾਂ ਨੂੰ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਵੀ ਯੋਗ ਹੋਣਾ ਚਾਹੀਦਾ ਹੈ। ਐਕਸਪ੍ਰੈਸ ਐਂਟਰੀ ਪ੍ਰੋਫਾਈਲਾਂ ਵਾਲੇ ਉਮੀਦਵਾਰਾਂ ਨੂੰ PEI PNP ਨਾਲ ਦਿਲਚਸਪੀ ਦਾ ਪ੍ਰਗਟਾਵਾ ਪ੍ਰੋਫਾਈਲ ਬਣਾਉਣਾ ਚਾਹੀਦਾ। ਇੱਕ EOI ਪ੍ਰੋਫਾਈਲ ਸੂਬਾਈ ਸਰਕਾਰ ਨੂੰ ਸੂਚਿਤ ਕਰਦਾ ਹੈ ਕਿ ਤੁਸੀਂ ਨਾਮਜ਼ਦਗੀ ਲਈ ਵਿਚਾਰਿਆ ਜਾਣਾ ਚਾਹੁੰਦੇ ਹੋ। ਇਹ ਉਮੀਦਵਾਰਾਂ ਨੂੰ ਸੂਬਾਈ ਪੁਆਇੰਟ ਗ੍ਰਿਡ ਦੇ ਆਧਾਰ ਤੇ ਵੀ ਸਕੋਰ ਪ੍ਰਦਾਨ ਕਰਦਾ। ਸਭ ਤੋਂ ਵੱਧ ਸਕੋਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਮਹੀਨਾਵਾਰ ਡਰਾ ਵਿੱਚ ਅਪਲਾਈ ਕਰਨ ਲਈ ਸੱਦਾ ਮਿਲਣ ਦੀ ਸੰਭਾਵਨਾ ਹੁੰਦੀ ਹੈ। PEI ਦੀ ਵਪਾਰਕ ਪ੍ਰਭਾਵ ਸ਼੍ਰੇਣੀ ਦੇ ਤਹਿਤ ਸੱਦਾ ਪ੍ਰਾਪਤ ਕਰਨ ਲਈ ਤੁਹਾਨੂੰ ਵਰਕ ਪਰਮਿਟ ਸਟ੍ਰੀਮ ਦੇ ਅਧੀਨ ਅਰਜ਼ੀ ਦੇਣੀ ਚਾਹੀਦੀ ਹੈ। ਇਸ ਮਾਰਗ ਲਈ ਉਮੀਦਵਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੈਨੇਡਾ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਵਰਕ ਪਰਮਿਟ ਤੇ ਹੋਣ ਦੌਰਾਨ ਕਾਰੋਬਾਰ ਬਾਰੇ ਸਿੱਖਣਗੇ। ਤੁਹਾਨੂੰ PEI ਵਿੱਚ ਰਹਿਣ ਅਤੇ ਕਾਰੋਬਾਰ ਦਾ ਸਰਗਰਮੀ ਨਾਲ ਪ੍ਰਬੰਧਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਇੱਕ ਉਦਮੀ PEI ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਜਦੋਂ ਇੱਕ ਵਰਕ ਪਰਮਿਟ ਤੇ ਹੁੰਦਾ, ਉਹ IRCC ਨੂੰ ਸਥਾਈ ਨਿਵਾਸ ਅਰਜ਼ੀ ਦੇ ਸਮਰਥਨ ਦੇ ਵਿੱਚ ਇੱਕ ਸੂਬਾਈ ਨਾਮਜ਼ਦਗੀ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਅੱਜ 8ਵਾਂ ਯੋਗ ਦਿਵਸ ਹੈ, ਜਿਸ ਨੂੰ ਲੈ ਕੇ ਪੂਰੀ ਦੁਨੀਆ ਭਰ ਦੇ ਵਿੱਚ ਅੱਜ ਯੋਗਾ ਕੀਤਾ ਗਿਆ। ਉੱਥੇ ਹੀ PM ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਯੋਗਾ ਕਰਕੇ ਦੁਨੀਆ ਭਰ ਦੇ ਲੋਕਾਂ ਨੂੰ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਮਸੂਰ ਦੇ ਪੈਲਸ ਮੈਦਾਨ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਾਲ ਲਗਭਗ 15,000 ਲੋਕਾਂ ਨੇ ਯੋਗਾ ਕੀਤਾ। ਯੋਗਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ PM ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਤੇ ਦੇਸ਼ ਅਤੇ ਦੁਨੀਆ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰਾ ਬ੍ਰਹਿਮੰਡ ਸਾਡੇ ਆਪਣੇ ਸਰੀਰ ਅਤੇ ਆਤਮਾ ਨਾਲ ਸ਼ੁਰੂ ਹੁੰਦਾ ਹੈ। ਬ੍ਰਹਿਮੰਡ ਸਾਡੇ ਨਾਲ ਸ਼ੁਰੂ ਹੁੰਦਾ ਤੇ ਯੋਗਾ ਸਾਨੂੰ ਸਾਡੇ ਅੰਦਰਲੀ ਹਰ ਚੀਜ਼ ਤੋਂ ਜਾਣੂ ਕਰਵਾਉਂਦਾ ਹੈ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਦਾ ਹੈ। ਯੋਗਾ ਸਾਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਯੋਗਾ ਰਾਹੀਂ ਸ਼ਾਂਤੀ ਸਿਰਫ ਵਿਅਕਤੀਆਂ ਲਈ ਨਹੀਂ ਹੈ, ਯੋਗ ਸਾਡੇ ਸਮਾਜ ਵਿੱਚ ਸ਼ਾਂਤੀ ਲਿਆਉਂਦਾ ਹੈ।
ਯੋਗ ਸਾਡੇ ਦੇਸ਼ਾਂ ਅਤੇ ਸੰਸਾਰ ਦੇ ਵਿੱਚ ਸ਼ਾਂਤੀ ਲਿਆਉਂਦਾ ਤੇ ਯੋਗ ਸਾਡੇ ਬ੍ਰਹਿਮੰਡ ਦੇ ਵਿੱਚ ਸ਼ਾਂਤੀ ਲਿਆਉਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਯੋਗਾ ਫॉर ਹਿਊਮੈਨਿਟੀ ਦੇ ਥੀਮ ਰਾਹੀਂ ਯੋਗ ਦਾ ਸੰਦੇਸ਼ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਸੰਯੁਕਤ ਰਾਸ਼ਟਰ ਅਤੇ ਸਾਰੇ ਦੇਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਵਾਤਾਵਰਣ ਦੇ ਵਿੱਚ ਚਾਹੇ ਕਿੰਨੇ ਵੀ ਤਣਾਅਪੂਰਨ ਕਿਉਂ ਨਾ ਹੋਈਏ, ਕੁਝ ਮਿੰਟਾਂ ਦਾ ਧਿਆਨ ਸਾਨੂੰ ਸ਼ਾਂਤ ਕਰਦਾ ਹੈ, ਸਾਡੀ ਉਤਪਾਦਕਤਾ ਵਧਾਉਂਦਾ ਹੈ। ਸਾਨੂੰ ਯੋਗਾ ਨੂੰ ਵਾਧੂ ਕੰਮ ਵਜੋਂ ਨਹੀਂ ਲੈਣਾ ਚਾਹੀਦਾ। ਅਸੀਂ ਯੋਗ ਨੂੰ ਜਾਣਨਾ ਹੈ, ਅਸੀਂ ਇਸ ਨੂੰ ਜਿਉਣਾ ਹੈ, ਅਸੀਂ ਇਸ ਨੂੰ ਅਪਣਾਉਣਾ ਵੀ ਹੈ। ਜਦੋਂ ਅਸੀਂ ਯੋਗਾ ਨੂੰ ਜੀਵਤ ਕਰਨਾ ਸ਼ੁਰੂ ਕਰਦੇ ਹਾਂ ਤਦ ਯੋਗ ਦਿਵਸ ਸਾਡੇ ਲਈ ਯੋਗਾ ਕਰਨ ਦਾ ਨਹੀਂ ਬਲਕਿ ਆਪਣੀ ਸਿਹਤ, ਖੁਸ਼ਹਾਲੀ ਅਤੇ ਸ਼ਾਂਤੀ ਦਾ ਜਸ਼ਨ ਮਨਾਉਣ ਦਾ ਮਾਧਿਅਮ ਵੀ ਬਣ ਜਾਂਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਇਸ ਵਾਰ ਅਸੀਂ ਯੋਗ ਦਿਵਸ ਅਜਿਹੇ ਸਮੇਂ ਦੇ ਵਿੱਚ ਮਨਾ ਰਹੇ ਹਾਂ ਜਦੋਂ ਦੇਸ਼ ਆਪਣੀ ਆਜ਼ਾਦੀ ਦਾ 75ਵਾਂ ਸਾਲ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਯੋਗ ਦਿਵਸ ਦੀ ਇਹ ਵਿਆਪਕਤਾ, ਇਹ ਸਵੀਕਾਰਤਾ ਭਾਰਤ ਦੀ ਅੰਮ੍ਰਿਤ ਭਾਵਨਾ ਦੀ ਸਵੀਕਾਰਤਾ ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਨੂੰ ਊਰਜਾ ਦਿੱਤੀ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਗੱਲ ਕਰਾਂਗੇ ਸਾਬਕਾ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ, ਜਿਸ ਨੂੰ ਕਿ ਹਾਈ ਕੋਰਟ ਤੋਂ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਹਾਈ ਕੋਰਟ ਦੇ ਵੱਲੋਂ ਡਾਕਟਰ ਵਿਜੇ ਸਿੰਗਲਾ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਇਹ ਮਾਮਲਾ ਸੁਣਵਾਈ 4 ਜੁਲਾਈ ਤੇ ਪਾ ਦਿੱਤੀ ਗਈ ਹੈ। ਭ੍ਰਿਸ਼ਟਾਚਾਰੀ ਦੇ ਮਾਮਲੇ ਦੇ ਵਿੱਚ ਡਾਕਟਰ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦੇ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਝਟਕਾ ਲੱਗਿਆ। ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਰੈਗੂਲਰ ਬੈਂਚ ਹੀ ਕਰੇਗੀ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ 'ਚ ਸਿਹਤ ਮੰਤਰੀ ਰਹਿ ਚੁੱਕੇ ਵਿਜੇ ਸਿੰਗਲਾ ਦੇ ਖਿਲਾਫ ਕਰੋੜਾਂ ਦੇ ਟੈਂਡਰ ਦੇ 'ਚ 1% ਕਮਿਸ਼ਨ ਲੈਣ ਦੇ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ ਇਹ ਵੀ ਦੱਸ ਦਈਏ ਕਿ 10 ਜੂਨ ਨੂੰ ਵਿਜੇ ਸਿੰਗਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਵਿਜੇ ਸਿੰਗਲਾ ਨੂੰ 24 ਜੂਨ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਈ ਸੀ। ਇਸ ਵੇਲੇ ਵਿਜੇ ਸਿੰਗਲਾ ਰੋਪੜ ਦੀ ਜੇਲ੍ਹ ਦੇ ਵਿੱਚ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਵਿਜੇ ਸਿੰਗਲਾ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ। ਅਧਿਕਾਰੀਆਂ ਤੋਂ ਠੇਕੇ ਤੇ 1% ਕਮਿਸ਼ਨ ਦੀ ਮੰਗ ਕਰਨ ਵਾਲੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਤੇ ਕਾਰਵਾਈ ਹੋਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ ਸੀ। ਦੱਸ ਦੇ ਕਿ ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਕਿਸੇ ਮੁੱਖ ਮੰਤਰੀ ਨੇ ਸਿੱਧੇ ਆਪਣੇ ਮੰਤਰੀ ਤੇ ਸਖਤ ਐਕਸ਼ਨ ਲਿਆ ਸੀ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਗੱਲ ਕਰਾਂਗੇ ਸੰਗਰੂਰ ਦੀ ਜਿਮਨੀ ਚੋਣ ਨੂੰ ਲੈ ਕੇ ਸਿਆਸਤ ਖੂਬ ਗਰਮਾਈ ਹੋਈ ਹੈ। ਜਿੱਥੇ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਫੜੇ ਗਏ ਸ਼ੂਟਰਾਂ ਨੂੰ ਲੈ ਕੇ ਬਿਆਨ ਦਿੱਤਾ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਵੀ ਵਿਰੋਧ ਕੀਤਾ ਗਿਆ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ 2 ਸ਼ਾਰਪ ਸ਼ੂਟਰਾਂ ਸਣੇ 3 ਨੂੰ ਦਿੱਲੀ ਪੁਲਿਸ ਨੇ ਬੀਤੇ ਦਿਨੀ ਗ੍ਰਿਫਤਾਰ ਕਰ ਲਿਆ। ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ। ਮੁੱਖ ਮੰਤਰੀ ਨੇ ਆਖਿਆ ਕਿ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੇ ਵੱਡਾ ਨੈਕਸਸ ਬਣਾਇਆ ਹੋਇਆ, ਲਿਹਾਜ਼ਾ 3-4 ਸੂਬਿਆਂ ਦੀ ਪੁਲਿਸ ਇਕੱਠੀ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਰਾਜਸਥਾਨ, ਦਿੱਲੀ, ਹਰਿਆਣਾ ਦੀ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਜੀ ਦੇਖੋ, ਬਹੁਤ ਵੱਡੇ ਪੱਧਰ ਤੇ ਕਾਰਵਾਈ ਚੱਲ ਰਹੀ ਹੈ 3-4 ਸਟੇਟਾਂ ਦੀ ਸਾਡੀ। ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਕੋਈ ਬਚ ਕੇ ਜਾਵੇ, ਕਿਉਂਕਿ ਇਹਨਾਂ ਨੇ ਨੈਕਸਸ ਬਣਾ ਲਿਆ 3-4 ਸਟੇਟਾਂ ਦੇ ਵਿੱਚ। ਸੋ ਅਸੀਂ ਸੈਂਟਰ ਨਾਲ ਵੀ ਮਿਲ ਕੇ ਚੱਲ ਰਹੇ ਹਾਂ, ਅਸੀਂ ਰਾਜਸਥਾਨ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹਾਂ, ਉੱਤਰਾਖੰਡ ਤੋਂ ਵੀ ਕੁਝ ਬੰਦੇ ਫੜ ਕੇ ਲਿਆਂਦੇ ਆ, ਹਰਿਆਣੇ ਨਾਲ ਵੀ ਮਿਲ ਕੇ ਚੱਲ ਰਹੇ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਸੁਰੱਖਿਅਤ ਰਹਿਣ, ਮੇਰੀ ਜ਼ਿੰਮੇਵਾਰੀ ਹੈ। ਔਰ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ 'ਚ ਹੈ, ਸਥਿਤੀ ਜਮ੍ਹਾਂ ਕੰਟਰੋਲ 'ਚ ਹੈ। ਬਾਕੀ ਜਿਹੜਾ ਵਿਰੋਧੀ ਪਾਰਟੀਆਂ ਨੇ ਜਿਹੜਾ ਪ੍ਰਚਾਰ ਕਰਨਾ ਹੁੰਦਾ ਉਹ ਉਹਨਾਂ ਨੂੰ ਕਰੀ ਜਾਣਗੇ, ਉਹ ਉਹਨਾਂ ਦੀ ਬਖਲਾਹਟ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕੇਂਦਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਵੀ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ 17 ਸਾਲ ਦੇ ਨੌਜਵਾਨ ਨੂੰ ਭਰਤੀ ਕੀਤਾ ਜਾਵੇਗਾ ਅਤੇ 21 ਸਾਲ ਦੇ ਨੂੰ ਬਾਹਰ ਕਰ ਦਿੱਤਾ ਜਾਵੇਗਾ, ਤਾਂ ਉਸ ਤੋਂ ਬਾਅਦ ਉਸ ਦਾ ਅਗਲਾ ਭਵਿੱਖ ਕੀ ਹੋਵੇਗਾ, ਜਿਸ ਕਰਕੇ ਸੀਐਮ ਮਾਨ ਨੇ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ। ਤੁਸੀਂ 17 ਸਾਲ ਦੇ ਜਾਓਗੇ, 3-4 ਮਹੀਨੇ ਤੁਹਾਡੀ ਟ੍ਰੇਨਿੰਗ ਹੋ ਜਾਊਗੀ, ਉਸ ਤੋਂ ਬਾਅਦ 21 ਸਾਲ ਦੇ ਤੁਸੀਂ ਰਿਟਾਇਰ ਹੋ ਕੇ ਆ ਜਾਓਗੇ।
ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਕੰਪਨੀਆਂ ਹੈ ਜੀ ਕੰਪਨੀਆਂ ਦੇ ਵਿੱਚ ਜੌਬ ਕਰ ਸਕਦੇ ਨੇ। ਮਤਲਬ ਫਿਰ ਫੌਜ ਦਾ ਮਤਲਬ ਕਿਰਾਏ ਤੇ ਕਰ ਲਈ ਤੁਸੀਂ ਫੌਜ ਦਾ ਮਨੋਬਲ ਟਿਕੋਗੇ ਕਿ ਬਸ 3-4 ਸਾਲ ਆ ਤੇ 3-4 ਮਹੀਨੇ ਦੀ ਟ੍ਰੇਨਿੰਗ ਜਿਹੜੀ ਹੈ ਉਹ ਕਾਫੀ ਨਹੀਂ ਹੈਗੀ। ਜੇ ਤੁਸੀਂ ਉਹਨਾਂ ਨਾਲ ਚਾਈਨਾ ਨਾਲ ਤੇ ਪਾਕਿਸਤਾਨ ਨਾਲ ਲੜਨਾ, ਜਿਹੜੇ ਬਹੁਤ ਜਿਨ੍ਹਾਂ ਨੇ ਟੈਕਨੋਲੋਜੀ ਆਪਦੀ ਜਿਹੜੀ ਡਿਫੈਂਸ ਦੀ ਅਪਡੇਟ ਕਰ ਰੱਖੀ ਹੈ, ਉਹਨਾਂ ਨਾਲ ਤੁਸੀਂ ਕਿਵੇਂ ਲੜ ਸਕੋਗੇ? ਤੇ ਮੁੜ ਕੇ 21 ਤੋਂ ਬਾਅਦ ਫੌਜ ਦੇ ਬਾਰੇ ਬੋਲ ਰਹੇ ਹੋ। 21 ਸਾਲ ਦੇ ਤੁਸੀਂ ਸਾਬਕਾ ਸੈਨਿਕ ਹੋਗੇ, ਔਰ ਸਾਬਕਾ ਸੈਨਿਕ ਵੀ ਨਹੀਂ ਲਿਖ ਸਕਦੇ ਤੁਸੀਂ। ਤੁਹਾਨੂੰ 1 ਸਾਲ 'ਚ ਸਿਰਫ 30 ਛੁੱਟੀਆਂ ਮਿਲਣਗੀਆਂ, ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਸਾਰੇ ਬਰਾਬਰ ਨੇ ਜੀ? ਸੋ ਇਹ ਤਾਂ ਮਤਲਬ ਬਹੁਤ ਗਲਤ ਹੈ। ਅਗਨੀਪਥ ਦਾ ਜਿਹੜਾ ਕਾਨੂੰਨ ਹੈ ਵਾਪਸ ਲੈਣਾ। ਸ਼ਹੀਦ ਭਗਤ ਸਿੰਘ ਨੂੰ ਤੁਸੀਂ ਆਈਡਲ ਮੰਨਦੇ ਹੋ, ਤੁਹਾਡੀ ਪਾਰਟੀ ਆਈਡਲ ਮੰਨਦੀ ਹੈ, ਪਰ ਦੂਸਰੇ ਲੀਡਰ ਉਹ ਕੁਝ ਬਿਆਨ ਦਿੰਦੇ ਨੇ, ਅੱਤਵਾਦੀ ਵੀ ਕਹਿੰਦੇ ਨੇ ਜੀ। ਜੇ ਸ਼ਹੀਦ ਭਗਤ ਸਿੰਘ ਤੇ ਕੋਈ ਸਵਾਲ ਉਠਾਉਂਦਾ ਤਾਂ ਮੇਰੇ ਖਿਆਲ 'ਚ ਇਹ ਤੋਂ ਵੱਧ ਤਾਂ ਕੋਈ ਸ਼ਰਮਨਾਕ ਗੱਲ ਹੋ ਨਹੀਂ ਸਕਦੀ ਕਿ ਦੇਖੋ ਉਹਨਾਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਆਪਣੇ ਘਰ-ਬਾਰ ਛੱਡੇ, ਜਾਨਾਂ ਵਾਰੀਆਂ, ਤੇ ਅੱਜ ਅਸੀਂ ਉਹਨਾਂ ਦੀ ਕੁਰਬਾਨੀਆਂ ਤੇ ਜਿਹੜਾ ਕੁਐਸਚਨ ਉਠਾਵਾਂਗੇ। ਸੋ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ ਸੁਖਦੇਵ, ਸ਼ਹੀਦ ਊਧਮ ਸਿੰਘ, ਇਹਨਾਂ ਦਾ ਤਾਂ ਦੇਣ ਹੀ ਨਹੀਂ ਦੇ ਸਕਦਾ ਕੋਈ। ਇਹਨਾਂ ਦਾ ਕੋਈ ਮਤਲਬ ਜਿਨ੍ਹਾਂ ਕਰਕੇ ਅਸੀਂ ਅੱਜ ਮੁੱਖ ਮੰਤਰੀ ਹਾਂ, ਜਿਨ੍ਹਾਂ ਕਰਕੇ ਅਸੀਂ MP ਬਣਦੇ ਹਾਂ, MLA ਬਣਦੇ ਹਾਂ, ਪ੍ਰਧਾਨ ਮੰਤਰੀ ਬਣਦੇ ਹਾਂ, ਉਹਨਾਂ ਬਾਰੇ ਸਵਾਲ ਉਠਾਉਣਾ ਤਾਂ ਸ਼ਰਮਨਾਕ ਹੈ। ਬੀਜੇਪੀ ਪਾਰਟੀ ਦੇ ਕਈ ਲੀਡਰ ਜੁਆਇਨ ਕਰ ਰਹੇ ਨੇ, ਕਹਿੰਦੇ ਵਰਕਰਾਂ ਨੂੰ ਪੁੱਛਿਆ ਨਹੀਂ ਗਿਆ, ਸਾਡੇ ਤੇ ਲੀਡਰ ਥੋਪੇ ਜਾ ਰਹੇ ਨੇ ਦੂਜੀ ਪਾਰਟੀਆਂ 'ਚ। ਬੀਜੇਪੀ ਜਿਹੜੀ ਹੈ ਉਹ ਤਾਂ ਜਿਹੜੀ ਹੈ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਦੀ ਹੈ। ਤੋੜ ਦਿਆਂਗੇ ਜੀ, ਮੋੜ ਦਿਆਂਗੇ ਜੀ। ਸੋ ਅਸੀਂ ਤਾਂ ਸੈਕੂਲਰ ਪਾਰਟੀ ਹੈ, ਅਸੀਂ ਤਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਾਂਗੇ। ਸੁਖਬੀਰ ਬਾਦਲ ਦੇ ਬਿਆਨ ਨੂੰ ਕੀ ਕਹਿੰਦੇ ਹੋ ਤੁਸੀਂ? ਸੁਖ ਵਿਲਾਸ ਦੇ ਸਵਾਲ ਖੜੇ ਕੀਤੇ ਸੀ ਸਰ, ਉਹ ਕਹਿੰਦੇ ਮੂੰਗੀ ਵਿਕ ਰਹੀ ਹੈ ਜੀ, ਮੂੰਗੀ ਵਿਕ ਰਹੀ ਹੈ। ਥੋੜਾ ਜਿਹਾ ਆੜਤੀਆਂ ਦਾ ਕੰਸਰਨ ਸੀ, ਉਹ ਵੀ ਪੂਰਾ ਹੋ ਗਿਆ। 1.25 ਲੱਖ ਏਕੜ ਦੇ ਵਿੱਚ ਮੂੰਗੀ ਬੀਜੀ ਗਈ ਹੈ ਔਰ ਕਾਮਯਾਬ ਹੈ। ਅਗਲੀ ਵਾਰ ਹੋਰ ਵਧਾ ਸਕਦੇ। ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਉਹਨਾਂ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਸੰਗਰੂਰ ਤੋਂ ਇਕਬਾਲ ਸਿੰਘ ਘੁੰਮਣ ਦੀ ਰਿਪੋਰਟ, D5 ਚੈਨਲ ਪੰਜਾਬੀ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਅੰਮ੍ਰਿਤਸਰ ਦੀ। ਅੰਮ੍ਰਿਤਸਰ ਦੇ ਵਿੱਚ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ, ਜਿਸ ਦੇ ਵਿੱਚ ਦੇਖਿਆ ਗਿਆ ਕਿ ਇਹਨਾਂ ਸ਼ਰਧਾਲੂਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਦੇ ਵਾਸਤੇ ਇਹ ਜਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ, ਜਿਨ੍ਹਾਂ ਦਾ 10 ਦਿਨਾਂ ਦਾ ਵੀਜ਼ਾ ਲੱਗਿਆ। ਅੰਮ੍ਰਿਤਸਰ ਤੋਂ ਪਾਕਿਸਤਾਨ ਸਿੱਖ ਸੰਗਤ ਦਾ ਜਥਾ ਭੇਜਿਆ ਜਾ ਰਿਹਾ ਹੈ। ਇਸ ਜਥੇ ਦੇ ਵਿੱਚ 266 ਸ਼ਰਧਾਲੂ ਨੇ ਜੋ ਪਾਕਿਸਤਾਨ ਦੇ ਵਿੱਚ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਨਗੇ। ਇਸ ਮੌਕੇ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਦੇ ਲਈ ਪਾਕਿਸਤਾਨ ਜਾ ਰਿਹਾ ਹੈ। ਇਸ ਮੌਕੇ ਜਥੇ ਦੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਬਹੁਤ ਸਾਰੇ ਸ਼ਰਧਾਲੂ ਅਜਿਹੇ ਨੇ ਜੋ ਪਹਿਲੀ ਵਾਰ ਪਾਕਿਸਤਾਨ ਵਿਖੇ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਜਾ ਰਹੇ ਨੇ। ਮੀਡੀਆ ਨਾਲ ਗੱਲਬਾਤ ਦੌਰਾਨ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਾਨੂੰ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਦਿੱਤਾ ਹੈ। ਸਾਨੂੰ ਬੜਾ ਦਿਲ ਚ ਆਏ ਜੀ, ਬੜੀ ਦੇਰ ਤੋਂ ਸਾਡੀਆਂ ਅਰਦਾਸਾਂ ਸਾਨੇ ਅਸੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰੀਏ, ਆਪਣੇ ਗੁਰੂਆਂ ਦੇ ਜਨਮ ਸਥਾਨ ਦੇ, ਤੇ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤੇ ਅੱਜ ਇਹ ਮੌਕਾ ਮਿਲਿਆ ਸਾਨੂੰ ਕਿ ਉੱਥੇ ਜਾ ਸਕੀਏ। ਕਿਹੜੇ ਗੁਰਧਾਮਾਂ ਤੇ ਜਾ ਰਹੇ? ਹਾਂਜੀ, ਪਹਿਲੇ ਨਨਕਾਣਾ ਸਾਹਿਬ ਜੀ ਜਾਵਾਂਗੇ ਜੀ, ਤੇ ਸੱਚਾ ਸੌਦਾ ਹੈ, ਲਾਹੌਰ ਹੈ, ਪੰਜਾ ਸਾਹਿਬ ਹੈ, ਔਰ ਜੀ ਵਾਪਸੀ ਤੇ ਡੇਰਾ ਕਰਤਾਰਪੁਰ ਸਾਹਿਬ। ਕਿੰਨੇ ਦਿਨ ਦਾ ਵੀਜ਼ਾ ਲੱਗਾ? ਹਾਂਜੀ, ਸਾਡਾ 9 ਦਿਨ ਦਾ ਵੀਜ਼ਾ ਹੈ। 21 ਨੂੰ ਅੱਜ ਅਸੀਂ ਇੱਥੋਂ ਜਾਵਾਂਗੇ ਤੇ 30 ਨੂੰ ਵਾਪਸੀ ਹੈ ਜੀ ਸਾਡੀ। ਤੇ SGPC ਵੱਲੋਂ, ਅੰਮ੍ਰਿਤਸਰ ਪ੍ਰਬੰਧਕ ਕਮੇਟੀ ਵੱਲੋਂ ਤੇ ਨਾਲੇ ਹਰਿਆਣਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਇਹ ਵੀਜ਼ੇ ਮਿਲੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜੀ ਮੈਨੂੰ ਉੱਥੇ ਜਾਣ ਦੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਮੇਰੀ ਦਿਲੀ ਤਮੰਨਾ ਵਾ ਕਿ ਵੱਧ ਤੋਂ ਵੱਧ ਸੰਗਤ ਨੂੰ ਜਿਹੜੇ ਆ ਉੱਥੋਂ ਦੇ ਸਾਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਵੀਜ਼ੇ ਜਿਹੜੇ ਆ ਮਿਲਣੇ ਚਾਹੀਦੇ ਆ।
ਇਹ ਇੱਕ ਹਰੇਕ ਸਿੱਖ ਦੀ ਜਿਹੜੀ ਆ ਆਪਣੀ ਦਿਲੀ ਅਰਦਾਸ ਵੀ ਆ ਕਿ ਜਿਨ੍ਹਾਂ ਨੂੰ ਆਪਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਵਾ ਗੁਰਧਾਮਾਂ ਦੇ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਜਾਣ। ਅਤੇ ਮੈਂ ਵੀ ਇਹ ਚਾਹੁੰਦਾ ਵਾਂ ਕਿ ਵੱਧ ਤੋਂ ਵੱਧ ਜਿਹੜੇ ਵੀਜ਼ੇ ਆ ਉਹ ਸੰਗਤ ਨੂੰ ਦਿੱਤੇ ਜਾਣ ਤਾਂ ਕਿ ਸਾਰੀਆਂ ਸੰਗਤਾਂ ਸਾਡੇ ਬਾਪੂ ਜੀ ਦੇ ਦਰਸ਼ਨ ਕਰ ਸਕਣ। ਇਸ ਮੌਕੇ ਜਥੇ ਨੂੰ ਲੀਡ ਕਰ ਰਹੇ ਐਸਜੀਪੀਸੀ ਮੈਂਬਰ ਗੁਰਮੀਤ ਸਿੰਘ ਭੂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਅਤੇ ਉੱਥੇ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਲਈ 277 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਗਵਾਉਣ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 266 ਵੀਜ਼ੇ ਪ੍ਰਾਪਤ ਹੋਏ ਨੇ। ਅੱਜ ਜਿਹੜਾ ਜਥਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਲਾਹੌਰ ਜਾ ਰਿਹਾ। ਅੱਛਾ ਜੀ, ਕਿੰਨੇ ਦਿਨ ਦਾ ਵੀਜ਼ਾ ਲੱਗਾ ਹੈ ਜੀ ਤੇ ਕਿਹੜੇ ਗੁਰਧਾਮਾਂ ਤੇ ਜਾਏਗਾ ਜੀ? ਜਿਹੜਾ ਵੀਜ਼ਾ 10 ਦਿਨ ਦਾ ਹੁੰਦਾ ਹੈ, 21 ਤੋਂ 30 ਜੂਨ ਦਾ। ਅੱਜ ਗੁਰਦੁਆਰਾ ਨਨਕਾਣਾ ਸਾਹਿਬ ਉੱਥੇ ਦਰਸ਼ਨਦਾਰੇ ਕਰ ਰਹੇ। ਅੱਜ ਸਟੇ ਉੱਥੇ ਹੈ, 2 ਦਿਨ ਉੱਥੇ ਰਹਿਣ ਉਪਰੰਤ ਗੁਰਦੁਆਰਾ ਪੰਜਾ ਸਾਹਿਬ ਹਸਨ ਬਦਾਲ ਜਾਏਗਾ। ਉਸ ਤੋਂ ਬਾਅਦ ਗੁਰਦੁਆਰਾ ਰੋੜੀ ਸਾਹਿਬ, ਸੱਚਾ ਸੌਦਾ ਸਾਹਿਬ ਔਰ ਕਰਤਾਰਪੁਰ ਸਾਹਿਬ ਦਰਸ਼ਨਦਾਰੇ ਕਰਕੇ 29 ਜੂਨ ਨੂੰ ਜਿਹੜਾ ਜਥਾ ਉੱਥੇ ਬਰਸੀ ਮਨਾਉਣ ਉਪਰੰਤ 30 ਜੂਨ ਨੂੰ ਵਾਪਸੀ ਭਾਰਤ ਹੋਵੇ। ਜੀ ਜਿਹੜਾ ਵੀਜ਼ਾ ਜਿਹੜਾ ਸ਼ਰਧਾਲੂਆਂ ਨੂੰ ਬਹੁਤ ਘੱਟ ਦਿੱਤਾ ਜਾਂਦਾ ਜੀ ਧਾਰਮਿਕ ਸਥਾਨਾਂ ਜਾਣ ਵਾਸਤੇ, ਇਸ ਬਾਰੇ ਕੀ ਕਹਿਣਾ ਚਾਹੋਗੇ ਦੋਵੇਂ ਸਰਕਾਰਾਂ ਨੂੰ? ਅਸੀਂ ਦੋਨਾਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਮਨ ਦੀ ਭਾਵਨਾ ਹੈ ਵੀ ਅਸੀਂ ਦਰਸ਼ਨਦਾਰੇ ਕਰੀਏ। ਗੁਰੂ ਸਾਹਿਬ ਜਿਹੜੇ ਉਦੋਂ ਛਿੜ ਗਏ ਨੇ ਔਰ ਵੀਜ਼ੇ ਨਾ ਕੱਟੇ ਜਾਣ। ਪਹਿਲੀ ਗੱਲ ਤਾਂ ਜਿਹੜਾ ਵੀਜ਼ਾ ਪ੍ਰਣਾਲੀ ਖਤਮ ਕਰਨੀ ਚਾਹੀਦੀ ਹੈ, ਖੁੱਲ੍ਹੇ ਦਰਸ਼ਨਦਾਰੇ ਵਾਸਤੇ ਹੀ ਭੇਜਿਆ ਜਾਣਾ ਚਾਹੀਦਾ। ਅਫਗਾਨਿਸਤਾਨ 'ਚ ਕੁਝ ਦਿਨ ਪਹਿਲਾਂ ਗੁਰਦੁਆਰੇ 'ਚ ਹਮਲਾ ਹੋਇਆ ਜੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਸੰਗਤਾਂ ਦੇ ਵਿੱਚ ਕੋਈ ਮਨ ਦੇ ਵਿੱਚ ਕੋਈ ਡਰ ਹੈਗਾ ਜੀ ਇਸ ਚੀਜ਼ ਨੂੰ ਲੈ ਕੇ? ਜਿਹੜਾ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਘਟਨਾ ਹੈ। ਅੱਤਵਾਦ ਜਿਹੜੇ ਆ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਗਾ। ਜਿਹੜੇ ਧਰਮ ਨੇ ਉਹ ਆਪਸੀ ਪ੍ਰੇਮ ਪਿਆਰ ਇਤਫਾਕ ਸਮਝਣ ਦੀ ਕੋਸ਼ਿਸ਼ ਕਰਦੇ ਆ। ਸਿੱਖ ਧਰਮ ਜਿਹੜਾ ਹਰ ਇੱਕ ਦਾ ਭਲਾ ਚਾਹੁੰਦਾ ਹੈ, ਕਿਉਂਕਿ ਅਸੀਂ ਹਰ ਰੋਜ਼ ਅਰਦਾਸ ਹੀ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਜਿਹੜੇ ਪਾਕਿਸਤਾਨ ਅਸੀਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ, ਇੱਥੇ ਉਹਨਾਂ ਦੇ ਸਿਕਿਉਰਿਟੀ ਪੱਖੋਂ ਜਿਹੜੇ ਇੰਤਜ਼ਾਮ ਬਹੁਤ ਵਧੀਆ ਕੀਤੇ ਗਏ ਹੁੰਦੇ ਨੇ, ਕਿਉਂਕਿ ਪ੍ਰੋਟੋਕਾਲ ਅਧੀਨ ਸਾਰੇ ਜਿਹੜੇ ਜਥੇ ਜਾਂਦੇ ਆ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ D5 ਚੈਨਲ ਪੰਜਾਬੀ। ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਕੱਢੇ ਗਏ, ਉੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਦੌਰਾਨ ਮੈਡੀਕਲ ਕਾਲਜ ਮਸਤੂਆਣਾ ਦੇ ਵਿੱਚ ਬਣਾਉਣ ਨੂੰ ਕਿਹਾ ਗਿਆ, ਜਿਸ ਨੂੰ ਲੈ ਕੇ ਉਹਨਾਂ ਦੇ ਇਸ ਬਿਆਨ ਦੀ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ, ਜਿਸ ਤੇ ਪਰਸ਼ੋਤਮ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ। ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਸੀਐਮ ਭਗਵੰਤ ਮਾਨ ਦੇ ਇੱਕ ਬਿਆਨ ਦੀ ਭਰਪੂਰ ਆਲੋਚਨਾ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੇ ਮਸਤੂਆਣਾ ਦੀ ਧਰਤੀ ਦੇ ਉੱਤੇ ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹੀ ਸੀ, ਜਿਸ ਨੂੰ ਲੈ ਕੇ ਪੰਥਕ ਚੇਤਨਾ ਲਹਿਰ ਦੇ ਮੁਖੀ ਪਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖ ਗੁਰਦੁਆਰਿਆਂ ਦੀ ਜਗ੍ਹਾ ਤੇ ਇਸ ਤਰੀਕੇ ਦੇ ਨਾਲ ਕਬਜ਼ਾ ਕਰਨਾ ਗੈਰ ਕਾਨੂੰਨੀ ਹੈ ਅਤੇ ਉਹਨਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਦਖਲ ਦੇ ਕੇ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਨੂੰ ਬਚਾਇਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਦੇ ਉੱਤੇ ਕੋਈ ਵੀ ਕਾਲਜ ਨਹੀਂ ਬਣਾਇਆ ਜਾ ਸਕਦਾ। ਮੌਜੂਦਾ ਹਾਲਾਤਾਂ ਦੇ ਵਿੱਚ ਭਗਵੰਤ ਸਿੰਘ ਮਾਨ ਬੜੇ ਵੱਖਰੀ ਕਿਸਮ ਦੇ ਅੰਦਾਜ਼ ਦੇ ਵਿੱਚ ਕਮੇਡੀ ਜ਼ਿਆਦਾ ਤੇ ਲੋਕ ਮੁੱਦਿਆਂ ਤੇ ਘੱਟ ਗੱਲ ਤੇ ਲੋਕਾਂ ਨੂੰ ਇੱਕ ਪਾਸੜ ਤੌਰ ਤੇ ਮਤਲਬ ਕਿ ਉਤੇਜਿਤ ਕਰਨ ਦੀ ਕੋਸ਼ਿਸ਼ ਕਰ ਲਿਆ, ਜਿਸ ਤਰ੍ਹਾਂ ਉਹਨੇ ਵਿਧਾਨ ਸਭਾ ਜਿੱਤੀ। ਪਿਛਲੇ ਦਿਨਾਂ ਤੋਂ ਲਗਾਤਾਰ ਲੱਗੇ ਨੇ ਮਸਤੂਆਣਾ ਦੀ ਧਰਤੀ ਦੇ ਉੱਤੇ, ਜੋ ਕਿ ਸੰਤ ਬਾਬਾ ਅਤਰ ਸਿੰਘ ਜੀ ਦਾ ਬਹੁਤ ਪਵਿੱਤਰ ਸਥਾਨ ਹੈ, ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸਜ ਅਕਾਲ ਕਾਲਜ ਕੌਂਸਲ ਹੈ ਜਿਹੜੀ, ਉਹ ਉਹਨਾਂ ਦਾ ਆਪਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਨਾਲ ਵੱਖ-ਵੱਖ ਗੱਲਾਂ ਦੇ ਉੱਤੇ ਅਦਾਲਤਾਂ ਦੇ ਵਿੱਚ ਮਾਮਲੇ ਚੱਲਦੇ ਨੇ। ਉਹ ਇੱਕ ਸਿੱਖ ਪ੍ਰਾਪਰਟੀ ਹੈ। ਭਗਵੰਤ ਸਿੰਘ ਮਾਨ ਨੇ ਉਸ ਥਾਂ ਦੇ ਉੱਤੇ ਜਾ ਕੇ ਇੱਕ ਵੱਖਰਾ ਹੀ ਐਲਾਨ ਕਰ ਦਿੱਤਾ ਕਿ 25 ਏਕੜ ਜ਼ਮੀਨ ਦੇ ਵਿੱਚ ਅਸੀਂ ਇੱਕ ਸਰਕਾਰੀ ਕਾਲਜ ਬਣਾਉਣ ਜਾ ਰਹੇ ਹਾਂ। ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਹੈ, ਸਿੱਖ ਪ੍ਰਾਪਰਟੀ ਹੈ। ਸਰਕਾਰੀ ਕਾਲਜ ਇਸ ਭਲੇ ਮਾਨਸ ਨੂੰ ਪੁੱਛੇ ਭਗਵੰਤ ਮਾਨ ਨੂੰ ਵੀ ਸਰਕਾਰੀ ਕਾਲਜ ਬਣਦਾ ਉਸ ਪ੍ਰਾਪਰਟੀ ਦੇ ਉੱਤੇ ਜਿਹਦੀ ਸਰਕਾਰ ਦੇ ਨਾਂ 'ਤੇ ਪਹਿਲਾਂ ਟਰਾਂਸਫਰ ਹੁੰਦੀ ਹੈ। ਸਰਕਾਰ ਦੇ ਨਾਂ 'ਤੇ ਟਰਾਂਸਫਰ ਹੋਣ ਤੋਂ ਬਾਅਦ ਉਹ ਪ੍ਰਾਪਰਟੀ ਹੈ ਜਿਹੜੀ ਉਹ ਮਤਲਬ ਉੱਥੇ ਸਰਕਾਰੀ ਅਦਾਰਾ ਹੈ ਜਿਹੜਾ ਉਹ ਸਥਾਪਿਤ ਹੋ ਸਕਦਾ। ਲੇਕਿਨ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਕੀ ਇਹ ਸਾਰਾ ਕੁਝ ਵਾਪਰ ਚੁੱਕਿਆ। ਅੱਜ ਹੀ ਮੈਨੂੰ ਇੱਕ ਬੜੇ ਕੌਨਫੀਡੈਂਸ਼ੀਅਲ ਗੱਲਾਂ ਦੇ ਉੱਤੋਂ ਪਤਾ ਲੱਗਿਆ ਵੀ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਹੈ, ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇ ਜਿਹੜੇ, ਉਹ ਇਸ ਗੱਲ ਨੂੰ ਮਾਲ ਮਹਿਕਮੇ ਦੇ ਇੱਕ ਪ੍ਰਮੁੱਖ ਅਧਿਕਾਰੀ ਨੇ
ਤਹਿਸੀਲਦਾਰ ਸਾਹਿਬ ਇੱਕ ਉੱਥੋਂ ਦੇ ਰਜਿਸਟਰਾਰ ਨੇ। ਇਹ ਸਾਰਾ ਕੁਝ ਜੇ ਪ੍ਰਾਪਰਟੀ ਚੇਂਜ ਹੋਈ ਹੈ, ਤੁਸੀਂ ਕੱਲ੍ਹ ਇੱਕ ਡਿਬੇਟ ਦੇ ਵਿੱਚ ਕਿਹਾ, ਇੱਕ ਪਬਲਿਕ ਚੈਨਲ ਦੇ ਉੱਤੇ ਕਿਹਾ, ਤੇ ਤੁਸੀਂ ਵੀ ਇਹ ਪ੍ਰਾਪਰਟੀ ਹੈ ਜਿਹੜੀ ਟਰਾਂਸਫਰ ਹੋ ਚੁੱਕੀ ਹੈ, ਕੀ ਇਹ ਪ੍ਰਾਪਰਟੀ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਟਰਾਂਸਫਰ ਹੋ ਜੂਗੀ? ਉੱਥੋਂ ਦੇ ਕਸਟੋਡੀਅਨ ਮਾਣਯੋਗ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਨੇ, ਕੀ ਉਹਨਾਂ ਨੇ ਉਹ ਟਰਾਂਸਫਰ ਕਰਾਈ ਹੈ? ਉੱਥੋਂ ਦੇ ਕਸਟੋਡੀਅਨ ਨੇ, ਉਹ ਮਾਲਕ ਨੇ, ਟਰਸਟ ਦੇ ਚੇਅਰਮੈਨ ਨੇ, ਉਹਨਾਂ ਦਾ ਸ਼੍ਰੋਮਣੀ ਕਮੇਟੀ ਨਾਲ ਮੁਕੱਦਮਾ ਚੱਲਦਾ ਢੀਂਡਸਾ ਸਾਹਿਬ ਦਾ। ਉੱਥੇ ਦੇ ਜਿਹੜੇ ਤੁਹਾਡੀ ਟੀਮ ਦੇ ਵਿੱਚ ਖੜੇ ਨੇ, ਜਿਨ੍ਹਾਂ ਨੂੰ ਤੁਸੀਂ ਗੁਰਦੁਆਰਾ ਅੰਗੀਠਾ ਸਾਹਿਬ ਦੇ ਪ੍ਰਬੰਧਕ ਕਹਿੰਦੇ ਹੋ, ਉੱਥੋਂ ਦੀ ਇੱਕ ਕਮੇਟੀ ਕਹਿੰਦੇ ਹੋ, ਉਹ ਤਾਂ ਅਥੋਰਾਈਜ਼ ਹੀ ਨਹੀਂ ਹੈਗੇ ਉਸ ਪ੍ਰਾਪਰਟੀ ਨੂੰ ਕਿਸੇ ਨੂੰ ਦੇਣ ਦੇ। ਉਹ ਦੇ ਹੀ ਨਹੀਂ ਸਕਦੇ ਉਹ, ਕਿਉਂਕਿ ਨਾ ਉਹ ਕਿਸੇ ਕਮੇਟੀ 'ਚ ਨੇ, ਨਾ ਉਹ 3 'ਚ ਪੰਜਾਬੀ 'ਚ ਕਹਿੰਦੇ, ਨਾ 13 'ਚ। ਇਹ ਜੈਦਰ ਸਾਹਿਬ ਕੀ ਐਲਾਨ ਕਰਿਆ ਭਗਵੰਤ ਸਿੰਘ ਮਾਨ? ਭਗਵੰਤ ਸਿੰਘ ਮਾਨ ਨੇ ਕਿਹਾ ਜੀ ਅਸੀਂ 25 ਏਕੜ ਦੇ ਵਿੱਚ ਸੰਤ ਆਤਰ ਸਿੰਘ ਜੀ ਦੇ ਸਥਾਨ ਦੇ ਉੱਤੇ, ਜਿਹੜੀ ਸੰਤ ਬਾਬਾ ਆਤਰ ਸਿੰਘ ਜੀ ਦੀ ਨੂੰ ਡੋਨੇਟ ਕੀਤੀ ਹੋਈ ਪ੍ਰਾਪਰਟੀ ਆ ਲੋਕਾਂ ਦੀ, ਉਹ ਦਾਨ ਕੀਤੀ ਹੋਈ ਪ੍ਰਾਪਰਟੀ ਦੇ ਉੱਤੇ ਅਸੀਂ ਇੱਕ ਕਾਲਜ ਬਣਾਉਣ ਜਾ ਰਹੇ ਹਾਂ। ਜਿਹੜਾ ਕਿ ਪ੍ਰਾਪਰਟੀ ਟਰਾਂਸਫਰ ਹੋਣਾ, ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ, ਸਿੱਖ ਪ੍ਰਾਪਰਟੀ ਦਾ ਟਰਾਂਸਫਰ ਹੋਣਾ, ਉਹ ਇੱਕ ਬਹੁਤ ਵੱਡਾ ਮਸਲਾ ਹੈ। ਹੁਣ ਇੱਕ ਨਜ਼ਰ ਅਸੀਂ ਉਸ ਵੀਡੀਓ ਤੇ ਵੀ ਮਾਰਾਂਗੇ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹੀ ਸੀ। ਇੱਥੇ ਵੀਡੀਓ ਲਗਾ ਦਾਂਗੇ ਆਪਾਂ। ਸੰਗਰੂਰ ਦੇ ਵਿੱਚ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਚਾਹੁੰਦਾ, ਇੱਥੋਂ 3-4 ਕਿਲੋਮੀਟਰ ਦੂਰ ਹੈ ਮਸਤੂਣਾ ਸਾਹਿਬ ਚ ਜਿਹੜਾ ਮੋੜ ਹੈ, ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਵਾਲਿਆਂ ਨੇ, ਉਹ ਟਰਸਟ ਨੇ, ਸੁਸਾਇਟੀ ਨੇ 25 ਕਿੱਲੇ ਜ਼ਮੀਨ ਮੁਫਤ ਦੇ ਵਿੱਚ ਇਸ ਕਰਕੇ ਦੇਤੀ ਕਿ ਸੰਤ ਆਤਰ ਸਿੰਘ ਜੀ ਦੇ ਨਾਂ ਤੇ ਪੰਜਾਬ ਦੇ ਵਿੱਚ ਇੰਡੀਆ ਦਾ ਸਭ ਤੋਂ ਵਧੀਆ ਮੈਡੀਕਲ ਕਾਲਜ ਖੁੱਲ੍ਹਣ ਜਾ ਰਿਹਾ ਹੈ ਸੰਗਰੂਰ ਦੇ ਵਿੱਚ। ਪਰਸ਼ੋਤਮ ਸਿੰਘ ਫੱਗੂਵਾਲਾ ਦੇ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਦੇ ਵਿੱਚ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਗਰੂਰ ਤੋਂ ਇਕਬਾਲ ਸਿੰਘ ਘੁੰਮਣ ਦੀ ਰਿਪੋਰਟ, D5 ਚੈਨਲ ਪੰਜਾਬੀ। ਗੱਲ ਕਰਾਂਗੇ ਮੁਲਾਜ਼ਮਾਂ ਨੂੰ ਲੈ ਕੇ। ਪੀਆਰਟੀਸੀ ਪਨਬੱਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਬੱਸ ਅੱਡਾ ਬੰਦ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੀ 23 ਜੂਨ ਨੂੰ ਦੁਪਹਿਰ ਬਾਅਦ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ, ਬੱਸਾਂ ਜਾਮ ਕੀਤੀਆਂ ਜਾਣਗੀਆਂ ਜੇਕਰ ਸਮਾਂ ਰਹਿੰਦਿਆਂ ਉਹਨਾਂ ਦੀਆਂ ਤਨਖਾਹਾਂ ਨਾ ਦਿੱਤੀਆਂ ਗਈਆਂ। ਤਨਖਾਹਾਂ ਨਾ ਦੇਣ ਦੇ ਚੱਕਰ ਦੇ ਵਿੱਚ ਹੀ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵਜੋਂ ਤਨਖਾਹ ਨਹੀਂ ਤਾਂ ਕੰਮ ਨਹੀਂ ਦਾ ਨਾਅਰਾ ਬੁਲੰਦ ਕਰਦੇ ਹੋਏ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੱਸ ਸਟੈਂਡ ਤੇ ਧਰਨੇ ਦੌਰਾਨ ਬੋਲਦਿਆਂ ਸੂਬਾ ਆਗੂ ਡਿਪੂ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਸਰਕਾਰਾਂ ਵਾਂਗ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਸੰਘਰਸ਼ ਕਰਦੇ ਕੱਚੇ ਮੁਲਾਜ਼ਮਾਂ ਨੂੰ ਹੁਣ ਪਹਿਲਾਂ ਤੋਂ ਵੀ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਜਾਇਜ਼ ਮੰਗਾਂ ਨੇ ਜਿਸ ਬਾਰੇ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ, ਜਿਸ ਕਰਕੇ ਸਾਡੇ ਵੱਲੋਂ ਸੰਘਰਸ਼ ਕੀਤੇ ਜਾ ਰਹੇ ਨੇ। ਅਸੀਂ ਇਹ ਕਹਿਣਾ ਚਾਹੁੰਦੇ ਜੀ, ਸਾਡੀ ਜਿਹੜੀ ਸੈਲਰੀ ਹੈ ਜੀ ਬਹੁਤ ਲੇਟ ਹੋ ਚੁੱਕੀ ਆ ਰਹੀ, 51-52 ਦਿਨ ਹੋ ਗਏ ਜੀ ਅੱਜ, ਜਿਹੜੀ ਪਿਛਲੇ ਮਹੀਨੇ ਦੀ ਵੀ ਸੈਲਰੀ ਨਹੀਂ ਆਈ। ਜਿਹੜਾ ਟਾਈਮ ਪਾਸ ਕਰਨਾ ਬਹੁਤ ਮੁਸ਼ਕਲ ਹੈ ਜੀ। ਉਸ ਦੇ ਰੋਸ ਵਿੱਚ ਅਸੀਂ ਜਿਹੜਾ 2 ਘੰਟੇ ਤੋਂ ਅੱਡਾ ਬੰਦ ਕੀਤਾ ਜੀ। ਇਹਨਾਂ ਨਾਲ ਜਿਹੜਾ ਮਤਲਬ ਕਿ ਸਰਕਾਰੀ ਬੱਸਾਂ ਬੰਦ ਹੋਣ ਦੇ ਨਾਲ ਪ੍ਰਾਈਵੇਟ ਵਾਲਿਆਂ ਨੂੰ ਕੋਈ ਫਾਇਦਾ ਨਹੀਂ? ਫਾਇਦਾ ਤਾਂ ਉਹਨਾਂ ਨੂੰ ਇਹ ਹੁੰਦਾ ਹੀ ਹੈ ਜੀ, ਕੋਈ ਮੰਨ ਲਓ ਸਾਡੇ ਜਿਹੜੇ ਰੂਟ 'ਤੇ ਗੱਡੀਆਂ ਜਾ ਰਹੀਆਂ ਜੀ, ਉਹ ਪਹਿਲਾਂ ਤੋਂ ਸੁਬਾਹ ਦੀਆਂ ਨਿਕਲੀਆਂ ਨੇ, ਜਿਹੜੀਆਂ ਇੱਥੋਂ ਪਹਿਲਾਂ ਜਾ ਚੁੱਕੀਆਂ ਨੇ ਰੂਟਾਂ 'ਤੇ, ਉਹ ਤਾਂ ਸਾਡੀਆਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਜੀ। ਜਿਹੜੀ ਕੋਈ ਹੁਣ ਜਿਹੜੇ ਵਿੱਚ ਟਾਈਮ ਕੋਈ ਘੰਟੇ ਦੇ ਵਿੱਚ ਕਿਸੇ ਦਾ ਟਾਈਮ ਅੱਡੇ ਤੋਂ ਚੁੱਕਣ ਦਾ ਉਹ ਵੀ ਬਾਹਰ ਦੀ ਬਾਹਰ ਜਾ ਰਹੀ, ਕੋਈ ਐਡਾ ਨੁਕਸਾਨ ਨਹੀਂ ਹੋ ਰਿਹਾ। ਪਰ ਅਸੀਂ ਆਪ ਦਾ ਰੋਸ ਕਰ ਰਹੇ ਹਾਂ ਵੀ ਸਾਡੀ ਜਿਹੜੀ ਸੈਲਰੀ ਆ ਟਾਈਮ ਸਿਰ ਪਈ ਜਾਵੇ, ਅਤੇ ਉਹਦੇ 'ਚ ਪ੍ਰਾਈਵੇਟਾਂ ਨੂੰ ਵੀ ਕੋਈ ਫਾਇਦਾ ਨਹੀਂ ਜੀ। ਉਹਨਾਂ ਨੂੰ ਬਾਹਰ ਦੀ ਬਾਹਰ ਜਾਂਦੇ ਨੇ, ਸਵਾਰੀ ਉਹਨਾਂ ਨੂੰ ਵੀ ਬਹੁਤ ਘੱਟ ਮਿਲ ਰਹੀ ਹੈ, ਕਿਉਂਕਿ ਅੱਡੇ 'ਚ ਜਦੋਂ ਬੱਸ ਆਉਂਦੀ ਆ ਉਹਦੀ ਵੇਟ 'ਚ ਸਵਾਰੀ ਖੜੀ ਹੁੰਦੀ ਆ, ਇਸ ਕਰਕੇ ਉਹਨਾਂ ਨੂੰ ਵੀ ਕੋਈ ਇੰਨਾ ਬੈਨੀਫਿਟ ਨਹੀਂ ਮਿਲ ਰਿਹਾ। ਤੁਹਾਡਾ ਕਿੰਨਾ ਨੁਕਸਾਨ ਹੋ ਰਿਹਾ? ਰੋਜ਼ਾਨਾ ਦੀ ਸੈਲਰੀ ਦੇ ਵਿੱਚ ਕੋਈ ਕਟੌਤੀ ਵੀ ਹੁੰਦੀ ਹੈ? ਸਾਡੀ ਸੈਲਰੀ ਦੇ ਵਿੱਚ ਕਟੌਤੀ ਹੁੰਦੀ ਹੈ। ਜਿਵੇਂ ਅੱਜ ਅਸੀਂ ਜੇ ਲੰਮੇ ਸਮੇਂ ਲਈ 2-4 ਦਿਨ ਵਾਸਤੇ ਹੜਤਾਲ ਕਰਦੇ ਜੀ, ਸਾਡੀ ਜਿਹੜੀ ਸੈਲਰੀ 'ਚੋਂ ਕਟੌਤੀ ਕੀਤੀ ਜਾਂਦੀ ਹੈ ਜੀ। ਜੇ 3 ਦਿਨ ਦੀ ਅਸੀਂ ਹੜਤਾਲ ਕਰਦੇ, 3 ਦਿਨ ਦੀ ਜਿਹੜੀ ਪੇ ਆਉਂਦੀ ਹੈ ਸਾਨੂੰ, ਉਸ ਹਿਸਾਬ ਨਾਲ ਕੱਟ ਕੇ ਨਾਲ ਜਿਹੜਾ ਜੁਰਮਾਨਾ ਪਾਇਆ ਜਾਂਦਾ 525 ਦੀ ਕਟੌਤੀ ਦੇ, ਅਤੇ ਉਸ ਕਰਕੇ ਸਾਨੂੰ 800 ਦਾ ਲੋਸ ਲੱਗਦਾ। 24-2500 ਰੁਪਇਆ 3 ਦਿਨਾਂ ਦੀ ਹੜਤਾਲ 'ਚ ਕੱਟੀ ਜਾਂਦੀ ਹੈ। ਇਸ ਕਰਕੇ ਅਸੀਂ 2 ਘੰਟਿਆਂ ਦਾ ਅੱਜ ਕੀਤਾ ਵੀ ਨਾਲੇ ਸਾਡੀ ਜਿਹੜੀ ਹਾਜ਼ਰੀ ਲੱਗ ਜੇ ਅਤੇ ਨਾਲੇ ਜਿਹੜੀ ਸਾਡੀ ਕਟੌਤੀ ਆ ਉਸ ਤੋਂ ਅਸੀਂ
ਬਚ ਗਏ। ਲਗਾਤਾਰ ਸੰਘਰਸ਼ ਦੇ ਰਾਹ ਤੇ ਹੋ, ਸਰਕਾਰ ਨੂੰ ਬਹੁਤ ਵਾਰੀ ਚਾਹੇ ਤੁਸੀਂ ਆਪਦੀ ਸੈਲਰੀ ਦੇ ਲਈ ਹੋਵੇ ਜਾਂ ਹੋਰ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਹੋ, ਸਰਕਾਰ ਦੇ ਕੰਨ ਤੇ ਕਿੰਨੀ ਕੁ ਜੂੰ ਸਰਕੀ ਹੈ? ਸਰਕਾਰਾਂ ਦੇ ਕੰਨਾਂ ਤੇ ਜੂੰ ਕੀ ਸਰਕਣੀ ਜੀ, ਉਹਨਾਂ ਨੂੰ ਤਾਂ ਆਪਦੇ ਜਿਵੇਂ ਆਂਦੇ ਹੁੰਦੇ ਅੱਗੇ ਜਿਹੜੀ ਨਵੀਂ ਸਰਕਾਰ ਬਣੀ ਸੀ ਜਦੋਂ ਸੱਤਾ 'ਚ ਆਈ ਸੀ ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਕਿਉਂਕਿ ਵੋਟ ਬੈਂਕ ਬਣਾਉਣਾ ਹੁੰਦਾ ਉਹਨਾਂ ਨੇ, ਪਰ ਹੁਣ ਅਸੀਂ ਆਸ ਨਹੀਂ ਕਰ ਰਹੇ ਉਹਨਾਂ ਤੋਂ ਵੀ ਜਿਹੜਾ ਉਹ ਇਹਨਾਂ ਦਾਇਰਿਆਂ ਨੂੰ ਖੜਾ ਕਰ ਦੇਣ। ਉਹ ਜਿਹੜੇ ਸਰਕਾਰੀ ਦਾਇਰੇ ਆ ਉਹਨਾਂ ਨੂੰ ਘਾਟੇ 'ਚ ਸ਼ੋਅ ਕਰਕੇ ਤੇ ਜਿਹੜੀ ਉਹ ਵਿਖਾ ਰਹੇ ਨੇ ਵੀ ਘਾਟਾ ਵਿਖਾ ਕੇ ਇਹਨਾਂ ਨੂੰ ਬੰਦ ਕਰਨਾ ਚਾਹੁੰਦੇ ਆ। ਜਿਹੜੇ ਕੰਟਰੈਕਟ ਤੇ ਬੰਦੇ ਲਈ ਆਉਂਦੇ ਜੀ ਥੋੜ੍ਹੀ ਤਨਖਾਹ ਤੇ ਥੋੜ੍ਹੀਆਂ ਸੈਲਰੀਆਂ ਤੇ ਉਹਨਾਂ ਨੂੰ ਪਹਿਲ ਦੇ ਰਹੇ ਜੀ। ਇਹਦਾ ਜਿਹੜਾ ਮੁੱਖ ਕਾਰਨ ਆ ਉਹ ਹੈਗਾ ਕਿ ਪਿਛਲੇ ਮਹੀਨੇ ਜਿਹੜੀ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਗਈ ਮਹਿਕਮੇ ਵੱਲੋਂ। ਜਿਹੜਾ ਕੰਟਰੈਕਟ ਸਟਾਫ ਆ ਵਾਰ-ਵਾਰ MD ਮੈਡਮ ਨਾਲ ਤੇ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਇੱਥੋਂ ਤੱਕ ਕਿ ਮੁੱਖ ਮੰਤਰੀ ਤੱਕ ਵੀ ਜਿਹੜਾ ਰਾਬਤਾ ਕਾਇਮ ਕੀਤਾ ਗਿਆ ਕਿ ਜਿਹੜੀ 15-16 ਹਜ਼ਾਰ ਨਾਲ ਜਿਹੜਾ ਅੱਜ ਦੇ ਜੀ ਸਮੇਂ ਦੇ ਵਿੱਚ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ। ਲਗਾਤਾਰ 51 ਦਿਨ ਹੋ ਗਏ ਜਿਹੜੇ ਮੁਲਾਜ਼ਮ 14 ਘੰਟੇ 16 ਘੰਟੇ ਕੰਮ ਕਰ ਰਹੇ ਆ, 14-15 ਹਜ਼ਾਰ ਰੁਪਏ ਤਨਖਾਹ ਮਿਲਣੀ ਆ, ਉਹਦੀ ਸਮੇਂ ਸਿਰ ਜਿਹੜੀ ਅਦਾਇਗੀ ਨਹੀਂ ਹੋ ਰਹੀ। ਜਦੋਂ ਵੀ ਤਨਖਾਹ ਪਾਉਣੀ ਪੈਂਦੀ ਆ, ਚਾਹੇ ਕੰਟਰੈਕਟ ਸਟਾਫ ਚਾਹੇ ਆਊਟਸੋਰਸ ਆ, ਸਾਨੂੰ ਹੜਤਾਲ ਕਰਕੇ ਜਾਂ ਬੱਸ ਸਟੈਂਡ ਬੰਦ ਕਰਕੇ ਸਰਕਾਰ ਨਾਲ ਧਮਕੀ ਦੇ ਕੇ ਜਿਹੜੀ ਤਨਖਾਹ ਪਾਉਣੀ ਪੈਂਦੀ ਆ। ਹਰ ਵਾਰ ਇਹੀ ਤਰੀਕਾ ਹੁੰਦਾ। ਉਹਦੇ ਵਿਰੋਧ ਦੇ ਵਿੱਚ ਅੱਜ 2 ਘੰਟੇ ਬੱਸ ਸਟੈਂਡ ਬੰਦ ਕੀਤੇ ਗਏ ਆ। ਜਿਹੜਾ ਤੁਹਾਨੂੰ ਮਤਲਬ ਕਿ ਰੋਜ਼ ਧਰਨੇ ਕਰਨੇ ਪੈਂਦੇ ਆਪਦੀ ਤਨਖਾਹ ਲੈਣ ਵਾਸਤੇ, ਇਸ 'ਤੇ ਤੁਹਾਡਾ ਕਿੰਨਾ ਕੁ ਨੁਕਸਾਨ ਹੁੰਦਾ? ਨੁਕਸਾਨ ਤਾਂ ਕਾਫੀ ਹੁੰਦਾ ਨੇ। ਪਿਛਲੀ ਵਾਰੀ ਬੱਸ ਸਟੈਂਡ ਬੰਦ ਕੀਤੇ ਸੀਗੇ ਤਾਂ ਸਾਡੀ ਮੈਨੇਜਮੈਂਟ ਵੱਲੋਂ ਸਾਡੇ 'ਤੇ ਪਰਚੇ ਵੀ ਕਰਵਾਏ ਗਏ ਸੀ ਕੁਛ ਆਗੂ ਸਾਹਿਬਾਨਾਂ 'ਤੇ ਕਿ ਇਹਨਾਂ ਨੇ ਜਿਹੜੇ ਬੱਸ ਸਟੈਂਡ ਜਾਣਬੁੱਝ ਕੇ ਬੰਦ ਕੀਤੇ ਆ, ਮਾਹੌਲ ਖਰਾਬ ਕਰ ਰਹੇ ਆ। ਪਰ ਕਿਤੇ ਨਾ ਕਿਤੇ ਜੇ ਆਪਦੇ ਰੁਜ਼ਗਾਰ ਨੂੰ ਬਚਾਉਣਾ ਤਾਂ ਫਿਰ ਛੋਟੀਆਂ ਮੋਟੀਆਂ ਕੁਰਬਾਨੀਆਂ ਜਿਹੜੀਆਂ ਦੇਣੀਆਂ ਸੁਭਾਵਿਕ ਨੇ। ਕਿ ਤੁਹਾਡਾ 1000 ਰੁਪਏ ਦਾ ਲਾਸ ਹੁੰਦਾ ਡੇਲੀ। ਜੇ ਅਸੀਂ ਤਨਖਾਹ ਪਿਛਲੇ ਮਹੀਨੇ ਤਨਖਾਹ ਦੀ ਅਦਾਇਗੀ ਨਹੀਂ ਸੀ ਹੋਈ, ਉਹ ਤਨਖਾਹ ਪਾਉਣ ਲਈ ਸਾਨੂੰ 2 ਦਿਨ ਬੱਸ ਸਟੈਂਡ ਬੰਦ ਕਰਨਾ ਪਿਆ, ਜਿਹਦੇ ਵਿੱਚ ਨੋ ਵਰਕ ਨੋ ਪੇ ਦੇ ਆਧਾਰ ਤੇ ਜਿਹੜਾ ਅਸੀਂ ਕੰਮ ਕਰਕੇ ਤਨਖਾਹ ਦਿਹਾੜੀ ਮਿਲਦੀ ਜਿਹੜੀ 500-600 ਰੁਪਇਆ ਉਹ ਵੀ ਕੱਟੀ ਜਾਂਦੀ ਆ। ਉਹਦੇ ਨਾਲ ਜੇ ਅਸੀਂ ਹੜਤਾਲ ਕਰਦੇ ਹਾਂ ਤਾਂ ਮਹਿਕਮੇ ਵੱਲੋਂ ਜਿਹੜੀਆਂ ਨਜਾਇਜ਼ ਕੰਡੀਸ਼ਨਾਂ ਲਾਈਆਂ ਗਈਆਂ ਕਿ ਜਦੋਂ ਨੋ ਵਰਕ ਨੋ ਪੇ ਹੋ ਗਿਆ ਅਸੀਂ ਉਹਦੇ 'ਤੇ ਸਹਿਮਤ ਹਾਂ, ਬਟ 525 ਰੁਪਏ ਦੀ ਇੱਕ ਪੈਨਲਟੀ ਵੱਖਰੀ ਲਾਈ ਗਈ ਮਹਿਕਮੇ ਵੱਲੋਂ। ਜੇ ਅਸੀਂ ਇੱਕ ਦਿਨ ਹੜਤਾਲ ਕਰਦੇ ਹਾਂ 525 ਪੈਨਲਟੀ ਹੋ ਗਈ ਤੇ ਕੰਮ ਨਹੀਂ ਤਾਂ ਤਨਖਾਹ ਨਹੀਂ, ਤਕਰੀਬਨ 1000 ਰੁਪਏ ਇੱਕ ਵਰਕਰ ਦਾ ਇੱਕ ਦਿਨ ਦਾ ਕੱਟਿਆ ਜਾਂਦਾ। ਤੇ ਮੈਨੇਜਮੈਂਟ ਸਰਕਾਰ ਇਹ ਚਾਹੁੰਦੀ ਆ ਕਿ ਜਿਹੜੇ ਮੁਲਾਜ਼ਮ ਨੂੰ ਅਸੀਂ 15000 ਰੁਪਏ ਤਨਖਾਹ ਦੇਣੀ ਆ, ਜੋ 3-4 ਦਿਨ ਬੱਸ ਸਟੈਂਡ ਬੰਦ ਰੱਖਣ, ਡਿਪੂ ਬੰਦ ਕਰਨ, ਤਾਂ 4000 ਰੁਪਏ ਅਸੀਂ ਉਹਨਾਂ ਤੋਂ ਰਿਕਵਰ ਕਰ ਹੀ ਲੈਣਾ। 10000 ਰੁਪਏ ਰਹਿ ਗਿਆ ਮਗਰ ਉਸੇ ਤਨਖਾਹ ਦੀ ਅਦਾਇਗੀ ਕਰ ਦਿਆਂਗੇ। ਇਹ ਹਾਲਾਤ ਆ ਜਿਹੜੇ ਮੈਨੇਜਮੈਂਟ ਸਾਡਾ ਮਹਿਕਮਾ ਜਿਹੜਾ ਸਰਕਾਰ ਨਾਲ ਰਲ ਮਿਲ ਕੇ ਬਣਾ ਰਹੇ ਆ, ਜਿਹਦਾ ਭਵਿੱਖ ਦੇ ਵਿੱਚ ਸਾਡੇ ਜਿਹੜਾ ਆਉਣ ਵਾਲਾ ਰੁਜ਼ਗਾਰ ਆ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੇ ਅਸੀਂ ਇਹ ਵਿਭਾਗਾਂ ਦੀ ਰੱਖਿਆ ਕਰ ਰਹੇ ਆ ਜਾਂ ਆਪਦੇ ਰੁਜ਼ਗਾਰ ਨੂੰ ਸਥਾਈ ਕਰਵਾਉਣ ਵਾਸਤੇ ਅਸੀਂ ਜੋ ਲੜਾਈ ਲੜ ਰਹੇ ਆ, ਕਿਤੇ ਨਾ ਕਿਤੇ ਸਰਕਾਰ ਇਹਨੂੰ ਰੋਕਣਾ ਚਾਹੁੰਦੀ, ਇਹਨੂੰ ਫੇਲ ਕਰਨਾ ਚਾਹੁੰਦੀ ਹੈ। ਇਨ੍ਹਾਂ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਨਹੀਂ ਆਉਂਦੀਆਂ ਤਾਂ 23 ਜੂਨ ਨੂੰ ਦੁਪਹਿਰ 12 ਵਜੇ ਤੋਂ ਸਮੂਹ ਕਰਮਚਾਰੀ ਬੱਸਾਂ ਬੰਦ ਕਰਕੇ ਉਹਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ D5 ਚੈਨਲ ਪੰਜਾਬੀ। ਗੱਲ ਕਰਾਂਗੇ ਖੇਡ ਜਗਤ ਦੀ। ਖੇਡ ਜਗਤ ਦੇ ਵਿੱਚ ਭਾਰਤ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇੰਗਲੈਂਡ ਖਿਲਾਫ ਖੇਡ ਟੈਸਟ ਮੈਚ ਤੋਂ ਪਹਿਲਾਂ ਇੱਕ ਖਿਡਾਰੀ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ, ਜਿਸ ਤੋਂ ਬਾਅਦ ਉਹ ਇੰਗਲੈਂਡ ਨਹੀਂ ਜਾ ਸਕਦਾ। ਦੇਖੋ ਇਹ ਖਾਸ ਰਿਪੋਰਟ। ਦੱਸ ਦਈਏ ਕਿ 5 ਜੁਲਾਈ ਦੇ ਦਰਮਿਆਨ ਇੰਗਲੈਂਡ ਦੇ ਖਿਲਾਫ ਐਜਬੈਸਟਨ 'ਚ ਹੋਣ ਵਾਲੇ ਇੱਕਮਾਤਰ ਟੈਸਟ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ। ਭਾਰਤ ਦੇ ਸੀਨੀਅਰ ਆਫ ਸਪਿਨਰ ਰਵਿਚੰਦਰ ਅਸ਼ਵਿਨ ਦਾ ਕੋਵਿਡ-19 ਲਈ ਟੈਸਟ ਕੀਤਾ ਗਿਆ, ਜੋ ਕਿ ਪੋਜ਼ਿਟਿਵ ਪਾਇਆ ਗਿਆ, ਜਿਸ ਕਾਰਨ ਉਹ ਟੀਮ ਦੇ ਨਾਲ ਇੰਗਲੈਂਡ ਨਹੀਂ ਜਾ ਸਕਣਗੇ। ਅਸ਼ਵਿਨ ਅਜੇ ਇਕਾਂਤਵਾਸ ਵਿੱਚ ਨੇ ਤੇ ਪ੍ਰੋਟੋਕਾਲ ਨਾਲ ਜੁੜੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਬਾਅਦ ਹੀ ਟੀਮ ਦੇ ਵਿੱਚ ਸ਼ਾਮਲ ਹੋਣਗੇ। ਭਾਰਤੀ ਟੀਮ ਦੇ ਬਾਕੀ ਖਿਡਾਰੀ 16 ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਏ ਸਨ। ਭਾਰਤੀ ਕ੍ਰਿਕਟ ਬੋਰਡ ਦੇ ਇੱਕ ਸੂਤਰ ਨੇ ਅਸ਼ਵਿਨ ਦੇ ਕੋਵਿਡ-19 ਪੋਜ਼ਿਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰ ਸਾਨੂੰ ਉਮੀਦ ਹੈ ਕਿ ਉਹ 1 ਜੁਲਾਈ ਤੋਂ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੋ ਜਾਣਗੇ। ਹਾਲਾਂਕਿ ਉਨ੍ਹਾਂ ਦਾ ਲੀਸੇਸਟਰ ਦੇ ਖਿਲਾਫ ਅਭਿਆਸ ਮੈਚ ਖੇਡਣਾ ਖਦਸ਼ੇ ਵਿੱਚ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ, ਰਿਸ਼ਭ ਪੰਤ ਤੇ ਸ਼੍ਰੇਯਸ ਅਈਅਰ ਦੱਖਣੀ ਅਫਰੀਕਾ ਦੇ ਖਿਲਾਫ T20 ਸੀਰੀਜ਼ ਖਤਮ ਹੋਣ ਦੇ ਬਾਅਦ ਲੰਡਨ ਪੁੱਜੇ। ਭਾਰਤੀ ਟੈਸਟ ਟੀਮ ਬਰਮਿੰਘਮ 'ਚ ਇੰਗਲੈਂਡ ਦੇ ਖਿਲਾਫ ਟੈਸਟ ਮੈਚ ਖੇਡੇਗੀ, ਜੋ ਪਿਛਲੇ ਸਾਲ ਕੋਵਿਡ-19 ਕਾਰਨ ਵਿਚਾਲੇ ਰੋਕੀ ਗਈ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਹੈ। ਭਾਰਤ ਇਸ ਸੀਰੀਜ਼ 'ਚ ਅਜੇ 2-1 ਨਾਲ ਅੱਗੇ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ। PEI ਨੇ ਜੂਨ ਦੇ ਇਮੀਗ੍ਰੇਸ਼ਨ ਡਰਾ ਦੇ ਵੇਰਵੇ ਕੀਤੇ ਜਾਰੀ। 130 ਤੋਂ ਵੱਧ ਯੋਗ ਉਮੀਦਵਾਰਾਂ ਨੂੰ ਭੇਜੇ ਸੱਦੇ ਪੱਤਰ। ਅੱਜ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ। PM ਮੋਦੀ ਨੇ ਕੀਤਾ ਯੋਗਾ, ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ।
ਵਿਜੇ ਸਿੰਗਲਾ ਨੂੰ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ। ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਸਾਫ਼ ਇਨਕਾਰ। ਭ੍ਰਿਸ਼ਟਾਚਾਰ ਮਾਮਲੇ 'ਚ ਕੀਤਾ ਸੀ ਗ੍ਰਿਫਤਾਰ। ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ। ਮਹਾਰਾਜਾ ਰਣਜੀਤ ਸਿੰਘ ਦੀ ਮਨਾਉਣ ਜਾ ਰਹੇ ਨੇ ਬਰਸੀ। ਸ਼ਰਧਾਲੂਆਂ 'ਚ ਦਿਖਿਆ ਭਾਰੀ ਉਤਸ਼ਾਹ। ਅੱਜ ਦੇ ਬੁਲਟਨ ਦੇ ਵਿੱਚ ਇੰਨਾ ਹੀ। ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਨਵੀਆਂ ਤੇ ਤਾਜ਼ੀਆਂ ਖਬਰਾਂ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।